ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਤੜੇ ਬ੍ਰਾਹਮਣ ਸਾਰ ਸੁਤ, ਵਿਰਤੀ ਸਰਲਾ ਗਾਇਤ ਲੋਏ। ਕਿਤੜੇ ਗੌੜ ਕਨੌਜੀਏ, ਤੀਰਥ ਵਾਸੀ ਕਰਦੇ ਢੋਏ। ਕਿਤੜੇ ਲਖ ਸਨੌਡੀਏ, ਪਾਂਦੇ ਪੰਡਤ ਵੈਦ ਖਲੋਏ। ਕੇਤੜਿਆਂ ਲਖ ਜੋਤ ਕੀ, ਵੇਦ ਵੇਦੂਏ ਲਖ ਪਲੋਏ। ਕਿਤੜੇ ਲਖ ਕਵੀਸਰਾਂ, ਬ੍ਰਹਮ ਭਾਟ ਬ੍ਰਹਮਾਓ ਬਖੋਏ। ਕੇਤੜਿਆਂ ਅਭਿਆਗਤਾਂ, ਘਰ ਘਰ ਮੰਗਦੇ ਲੈ ਕਨਸੋਏ। ਕਿਤੜੇ ਸੌਣ ਸਵਾਣੀ ਹੋਏ, ਕਿਤੜੇ ਸੌਣ ਸਵਾਣੀ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜ਼ਬਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਦੀ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। 8ਵੀਂ ਵਾਰ ਦੀ 7ਵੀਂ ਅਤੇ 8ਵੀਂ ਪੌੜੀ ਦੇ ਵਿੱਚ 7ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਹਿੰਦੂ ਮਤ ਦਾ ਵਰਣਨ ਕੀਤਾ ਹੈ ਤੇ 8ਵੀਂ ਪੌੜੀ ਦੇ ਵਿੱਚ ਮੁਹੰਮਦੀ ਮਤ ਦਾ ਵਰਣਨ ਕੀਤਾ ਹੈ। ਪਰਮਾਤਮਾ ਨੇ ਇੱਕ ਮਨੁੱਖ ਜਾਤੀ ਪੈਦਾ ਕੀਤੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਿੰਦੂਆਂ ਦੇ ਵਿੱਚ ਵੀ ਅਤੇ ਮੁਸਲਮਾਨਾਂ ਦੇ ਵਿੱਚ ਵੀ ਅੱਗੇ ਕਈ ਸ਼੍ਰੇਣੀਆਂ, ਕਈ ਸ਼ਾਖਾਵਾਂ ਬਣ ਗਈਆਂ। ਹਿੰਦੂਆਂ ਦੇ ਵਿੱਚ 4 ਵਰਣ ਬਣੇ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਮੁਸਲਮਾਨਾਂ ਦੇ ਵਿੱਚ 4 ਮਜ਼ਹਬ ਬਣ ਗਏ, ਸ਼ੀਆ, ਸੁੰਨੀ, ਰਾਫਜੀ, ਇਮਾਮ ਸਾਫੀ। ਪਰਮਾਤਮਾ ਨੇ ਇੱਕ ਮਨੁੱਖ ਜਾਤੀ ਪੈਦਾ ਕੀਤੀ। ਇਹ ਮਾਲਕ ਦੋਹਾਂ ਦਾ ਇੱਕ ਹੈ। 2 ਰਸਤੇ ਚਲਾਏ ਤੇ ਪਰਮਾਤਮਾ ਨੂੰ ਭੁੱਲ ਗਏ। ਸੋ ਭਾਈ ਗੁਰਦਾਸ ਜੀ ਨੂੰ ਪੁੱਛਿਆ ਗਿਆ ਤਾਂ ਭਾਈ ਸਾਹਿਬ ਜੀ ਨੇ ਇਹਨਾਂ ਦਾ ਵਰਣਨ ਕੀਤਾ ਹੈ। ਹੁਣ ਇਸ ਤੋਂ ਅੱਗੇ 8ਵੀਂ ਵਾਰ ਦੀ 9ਵੀਂ ਪੌੜੀ ਸ਼ੁਰੂ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਤੋਂ ਪੁੱਛੀਏ, ਭਾਈ ਗੁਰਦਾਸ ਸਾਹਿਬ ਜੀ, ਜੋ ਹਿੰਦੂਆਂ ਦੇ ਵਿੱਚ 4 ਵਰਣ ਬਣੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ,
ਕੀ ਇਹ ਚਾਰ ਹੀ ਹਨ ਜਾਂ ਅੱਗੇ ਵੀ ਇਹਨਾਂ ਦੀ ਵੰਡ ਹੁੰਦੀ ਹੈ? ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਮਨੁ ਸਿਮਰਤੀ ਨੇ ਪਹਿਲਾਂ ਤਾਂ ਇਹ ਚਾਰ ਵਰਣ ਜਿਹੜੇ ਹੈ ਉਹ ਬਣਾਏ ਹੈ। ਫਿਰ ਜੇ ਅਸੀਂ ਇੱਕ ਵਰਣ ਦੇ ਵਿੱਚ ਅੱਗੇ ਭੇਤ ਵੇਖਾਂਗੇ, ਭਾਈ ਸਾਹਿਬ ਜੀ ਕਹਿੰਦੇ ਉਹ ਇੱਕ ਨਹੀਂ ਕਈ ਤਰ੍ਹਾਂ ਦੇ ਭੇਤ ਹਨ, ਵੱਖੋ ਵੱਖਰੇ। ਭਾਈ ਗੁਰਦਾਸ ਸਾਹਿਬ ਜੀ ਇਸ 9ਵੀਂ ਪੌੜੀ ਦੇ ਵਿੱਚ ਪੁੱਛਣ ਤੇ ਦੱਸਦੇ ਹੈ ਕਿ ਗੁਰਸਿੱਖੋ ਬਹੁਤਾ ਤਾਂ ਨਹੀਂ, ਪਰ ਚਾਰ ਵਰਣਾਂ ਦੇ ਵਿੱਚੋਂ ਜਿਹੜਾ ਪਹਿਲਾ ਵਰਣ ਬ੍ਰਾਹਮਣ ਹੈ, ਉਹਦੇ ਵਿੱਚ ਅੱਗੇ ਅਨੇਕ ਭੇਤ ਹਨ, ਕਈ ਸ਼ਾਖਾਵਾਂ, ਕਈ ਸ਼੍ਰੇਣੀਆਂ ਨੇ ਅੱਗੇ। ਬ੍ਰਾਹਮਣਾਂ ਦੀਆਂ ਜਾਤਾਂ ਤੇ ਗੋਤਾਂ ਬਹੁਤ ਸਾਰੀਆਂ ਹਨ। ਇਹ ਰੱਬ ਨੇ ਨਹੀਂ ਬਣਾਈਆਂ, ਪਰਮਾਤਮਾ ਨੇ ਬਣਾ ਕੇ ਨਹੀਂ ਭੇਜੀਆਂ। ਇਹ ਅੱਡੋ ਅੱਡ ਕਈ ਖਿੱਤਿਆਂ ਦੇ ਹਿਸਾਬ ਨਾਲ ਬਣ ਗਈਆਂ। ਕੋਈ ਕਿਸੇ ਖਿੱਤੇ ਵਿੱਚ ਵੱਸਦਾ ਹੈ, ਉਹ ਇਲਾਕੇ ਦਾ ਜਿਹੜਾ ਨਾਂ ਸੀ ਉਸ ਤਰ੍ਹਾਂ ਉਹਨੂੰ ਸੱਦਣ ਲੱਗ ਪਏ। ਕਈਆਂ ਦੇ ਕੰਮਾਂ ਦੇ ਨਾਲ ਉਹ ਅੱਗੇ ਗੋਤਾਂ ਬਣ ਗਈਆਂ। ਭਾਈ ਗੁਰਦਾਸ ਜੀ ਕਹਿੰਦੇ ਇਹ ਹੈ ਤਾਂ ਬਹੁਤ ਸਾਰੀਆਂ, ਪਰ ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਦੱਸ ਦਿੰਦਾ ਹਾਂ। ਬਾਕੀ ਬਾਹਲੀਆਂ ਗੋਤਾਂ ਨੂੰ ਗਿਣ ਕੇ ਆਪਾਂ ਕੀ ਲੈਣਾ। ਸਿਧਾਂਤ ਇਹ ਕਹਿੰਦਾ ਹੈ ਪਰਮਾਤਮਾ ਦਾ ਨਾਮ ਜਪੋ, ਵਾਹਿਗੁਰੂ ਦੀ ਬੰਦਗੀ ਕਰੋ, ਅਤੇ ਫਿਰ ਨਿਰੰਕਾਰ ਦੇ ਵਿੱਚ ਅਭੇਦਤਾ ਪ੍ਰਾਪਤ ਹੁੰਦੀ ਹੈ। ਸੋ ਭਾਈ ਸਾਹਿਬ ਨੂੰ ਬ੍ਰਾਹਮਣ ਵਰਨ ਜਿਹੜਾ ਸੀ ਉਹਦੇ ਬਾਰੇ ਪੁੱਛਿਆ। ਹੁਣ ਅੱਗੇ ਦੱਸਦੇ ਆ ਵੀ ਵੇਖੋ ਕਿੰਨੀਆਂ ਗੋਤਾਂ ਨੇ ਉਹਦੇ ਵਿੱਚ ਅੱਗੇ। ਵਾਹਿਗੁਰੂ ਜੀ ਕਿਤੜੇ ਬ੍ਰਾਹਮਣ ਸਾਰ ਸੁਤ, ਵਿਰਤੀ ਸਰਲਾ ਗਾਇਤ ਲੋਏ। ਪਾਠ ਬ੍ਰਾਹਮਣ ਹੈ, ਰਾਰਾ ਨਹੀਂ ਹੈ। ਭਾਈ ਗੁਰਦਾਸ ਜੀ ਕਹਿੰਦੇ ਕਿਤਨੇ ਹੀ ਬ੍ਰਾਹਮਣ ਜਿਹੜੇ ਆ ਉਹ ਸਾਰਸੁਤ ਜਾਤੀ ਦੇ ਹਨ। ਉਹ ਸਾਰਸੁਤ ਬ੍ਰਾਹਮਣ ਆਪਣੇ ਆਪ ਨੂੰ ਅਖਵਾਉਂਦੇ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਇਹ ਸਾਰਸੁਤ ਕਿੱਥੋਂ ਚੱਲੇ। ਕਹਿੰਦੇ ਜਿਸ ਵੇਲੇ ਪਰਸਰਾਮ ਨੇ ਖੱਤਰੀਆਂ ਦਾ ਨਾਸ਼ ਕੀਤਾ, ਆਪਣੇ ਕੁਹਾੜੇ ਦੇ ਨਾਲ ਉਹ ਖੱਤਰੀਆਂ ਨੂੰ ਵੱਢ ਰਿਹਾ ਸੀ, ਤਾਂ ਕੁਝ ਛਤਰਾਣੀਆਂ ਜਿਹੜੀਆਂ ਗਰਭਵਤੀਆਂ ਸਨ, ਉਹ ਸਰਸਵਤੀ ਨਦੀ ਦੇ ਕੰਢੇ 'ਤੇ ਰਿਸ਼ੀਆਂ ਦੇ ਆਸ਼ਰਮ ਸੀ। ਉਹਨਾਂ ਨੇ ਰਿਸ਼ੀਆਂ ਦੇ ਆਸ਼ਰਮ ਵਿੱਚ ਜਾ ਕੇ ਪਨਾਹ ਲੈ ਲਈ। ਪਰਸਰਾਮ ਜਦੋਂ ਆਇਆ ਤੇ ਉਹਨੇ ਰਿਸ਼ੀਆਂ ਨੂੰ ਪੁੱਛਿਆ ਵੀ ਇੱਧਰ ਛਤਰਾਣੀਆਂ ਆਈਆਂ ਨੇ। ਪਰਸਰਾਮ ਆਪਣੇ ਜਿਹੜੇ ਰਿਸ਼ੀ ਸੀ ਨਾ, ਉਹ ਕਹਿੰਦੇ ਵੀ ਨਹੀਂ, ਇੱਥੇ ਛਤਰਾਣੀਆਂ ਨਹੀਂ, ਸਾਡੇ ਇੱਥੇ ਆਸ਼ਰਮਾਂ ਦੇ ਵਿੱਚ ਤਾਂ ਬ੍ਰਾਹਮਣੀਆਂ ਜਿਹੜੀਆਂ ਇਸਤਰੀਆਂ ਨੇ ਉਹੀ ਰਹਿੰਦੀਆਂ ਨੇ। ਪਰਸਰਾਮ ਕਹਿੰਦਾ ਮੈਂ ਇਸ ਤਰ੍ਹਾਂ ਨਹੀਂ ਮੰਨਣਾ, ਪਹਿਲਾਂ ਤੁਸੀਂ ਇਹਨਾਂ ਦੇ ਹੱਥਾਂ ਦੀ ਕੱਚੀ ਰੋਟੀ ਖਾਵੋ, ਫਿਰ ਮੰਨਾਂਗਾ ਕਿ ਇਹ ਬ੍ਰਾਹਮਣੀਆਂ ਨੇ। ਰਿਸ਼ੀਆਂ ਨੇ ਕਿਹਾ ਠੀਕ ਹੈ, ਜੇ ਸੱਚੀ ਗੱਲ ਇਹਨੂੰ ਦੱਸ ਦਿੱਤੀ ਪਰਸਰਾਮ ਨੂੰ ਵੀ ਇਹ ਖਤਰਾਣੀਆਂ ਨੇ, ਤੇ ਇਹਨੇ ਤਾਂ ਮਾਰ ਦੇਣਾ। ਇਹਨਾਂ ਦੇ ਪੇਟੋਂ ਅੱਗੇ ਜਿਹੜੇ ਬੱਚੇ ਪੈਦਾ ਹੋਣਗੇ, ਫਿਰ ਉਹ ਰਾਜ ਭਾਗ ਬ੍ਰਾਹਮਣਾਂ ਤੋਂ ਖੋਹ ਲੈਣਗੇ।
ਤਾਂ ਉਹਨਾਂ ਰਿਸ਼ੀਆਂ ਨੇ ਉਹ ਜਿਹੜੀਆਂ ਸ਼ਤਰਾਣੀਆਂ ਸੀ ਉਹਨਾਂ ਦੇ ਹੱਥ ਦਾ ਅੰਨ ਛਕਿਆ। ਸਮਾਂ ਉਹਨਾਂ ਰਿਸ਼ੀਆਂ ਦੇ ਆਸ਼ਰਮਾਂ ਦੇ ਵਿੱਚ ਰਹਿ ਕੇ ਉਹਨਾਂ ਬਤੀਤ ਕੀਤਾ। ਫਿਰ ਉਹਨਾਂ ਸ਼ਤਰਾਣੀਆਂ ਦੇ ਗਰਭ ਤੋਂ ਜਿਨ੍ਹਾਂ ਬੱਚਿਆਂ ਦਾ ਜਨਮ ਹੋਇਆ ਉਹਨਾਂ ਨੂੰ ਸਾਰਸੁਤ ਬ੍ਰਾਹਮਣ ਕਿਹਾ ਗਿਆ। ਇਹ ਭਾਈ ਕਾਹਨ ਸਿੰਘ ਨਾਭੇ ਨੇ ਮਹਾਨ ਕੋਸ਼ ਵਿੱਚ ਲਿਖਿਆ ਹੈ। ਸਰਸਵਤੀ ਨਦੀ ਦੇ ਕੰਢੇ ਉਹਨਾਂ ਬੱਚਿਆਂ ਦਾ ਜਨਮ ਹੋਇਆ ਸੀ, ਜਿੱਥੋਂ ਸਾਰਸੁਤ ਬ੍ਰਾਹਮਣ ਕਹੇ ਗਏ। ਸੋ ਬਹੁਤ ਸਾਰੀਆਂ ਗੋਤਾਂ ਨੇ ਭਾਈ ਗੁਰਦਾਸ ਜੀ ਗਿਣ ਰਹੇ ਹੈ। ਕਿਤੜੇ ਬ੍ਰਾਹਮਣ ਸਾਰਸੁਤ ਵਿਰਤੀ ਸਰ ਲਾਗਾਇਤ ਲੋਏ। ਕਈ ਜਿਹੜੇ ਬ੍ਰਾਹਮਣ ਉਹ ਪ੍ਰੋਹਤ ਹਨ, ਪ੍ਰੋਹਤਤਾਈ ਕਰਦੇ ਹੈ। ਲਾਗਾਇਤ ਲੋਏ, ਤੇ ਕਈ ਲੋਕਾਂ ਦੇ ਲਾਗਾਇਤ ਲਾਗੀ ਹਨ। ਮਰਨੇ ਪਰਨੇ ਤੇ ਕਾਰਜ ਕਰਦੇ ਹੈ, ਉਹ ਲਾਗੀ ਹਨ, ਲੱਗ ਲੈਂਦੇ ਹੈ। ਸੋ ਜਿਹੜੇ ਉਹਨਾਂ ਦੇ ਜਜਮਾਨ ਨੇ ਵਿਆਹ 'ਤੇ ਵੀ, ਅਤੇ ਜੇ ਕੋਈ ਮੌਤ ਹੋ ਜਾਂਦੀ ਉਹਦੇ 'ਤੇ ਵੀ ਉਹਨਾਂ ਨੂੰ ਕੁਝ ਨਾ ਕੁਝ ਜ਼ਰੂਰ ਦਿੰਦੇ ਹੈ। ਸੋ ਕਈ ਬ੍ਰਾਹਮਣ ਸਾਰਸੁਤ ਨੇ, ਕਈ ਪ੍ਰੋਹਤ ਨੇ, ਕਈ ਲਾਗੀ ਨੇ ਲੋਕਾਂ ਦੇ। ਕਿਤੜੇ ਗੌੜ ਕਨੌਜੀਏ ਤੀਰਥ ਵਾਸੀ ਕਰਦੇ ਢੋਏ। ਗੌੜ ਇਹ ਵੀ ਬ੍ਰਾਹਮਣਾਂ ਦੀ ਇੱਕ ਪ੍ਰਸਿੱਧ ਜਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਕਿਤੜੇ ਕਿੰਨੇ ਹੀ ਗੌੜ ਜਾਤੀ ਦੇ ਬ੍ਰਾਹਮਣ ਹਨ। ਕਨੌਜੀਏ ਤੇ ਕਈ ਕਨੌਜੀਏ ਹਨ, ਕਨੌਜ ਜਾਤੀ ਵਾਲੇ। ਕਨੌਜ ਇੱਕ ਖਿੱਤੇ ਦਾ ਨਾਮ ਵੀ ਹੈ ਜੋ ਯੂਪੀ ਦੇ ਵਿੱਚ ਪੈਂਦਾ ਹੈ। ਹੋ ਸਕਦਾ ਹੈ ਵੀ ਉੱਥੇ ਰਹੇ ਹੋਣ, ਵਸੇ ਹੋਣ, ਤਾਂ ਉੱਥੋਂ ਇਹ ਸ਼ਬਦ ਉਹਨਾਂ ਦੇ ਨਾਲ ਜੁੜ ਗਿਆ ਹੋਵੇ ਵੀ ਇਹ ਕਨੌਜੀਏ ਬ੍ਰਾਹਮਣ ਹਨ। ਸੋ ਕਈ ਗੌੜ ਹਨ, ਕਈ ਕਨੌਜੀਏ ਹਨ। ਤੀਰਥ ਵਾਸੀ ਕਰਦੇ ਢੋਏ, ਕਈ ਤੀਰਥਾਂ 'ਤੇ ਵਸਦੇ ਹੈ ਬ੍ਰਾਹਮਣ। ਅਤੇ ਜਿਹੜੇ ਉੱਥੇ ਤੀਰਥਾਂ 'ਤੇ ਯਾਤਰੀ ਆਉਂਦੇ ਹੈ ਉਹਨਾਂ ਦੇ ਨਾਲ ਢੋਏ ਮਿਲਾਪ ਕਰਦੇ ਹੈ। ਅੱਗੋਂ ਹੋ ਕੇ ਆਪਣੇ ਜਜਮਾਨਾਂ ਨੂੰ ਮਿਲਦੇ ਹੈ ਅਤੇ ਉਹਨਾਂ ਤੋਂ ਦਾਨ ਦਛਣਾ ਲੈਂਦੇ ਹੈ। ਤੀਰਥਾਂ 'ਤੇ ਵਸਦੇ ਅਤੇ ਯਾਤਰੀਆਂ ਨਾਲ ਮੇਲ ਕਰਦੇ ਹੈ। ਕਿਤੜੇ ਲੱਖ ਸਨੌਡੀਏ ਪਾਂਦੇ ਪੰਡਤ ਵੈਦ ਖਲੋਏ। ਕਿੰਨੇ ਲੱਖਾਂ ਹੀ ਸਨੌਡੀਏ ਹਨ ਬ੍ਰਾਹਮਣ। ਉਹ ਆਪਣੇ ਆਪ ਨੂੰ ਸਨੌਡੀਏ ਅਖਵਾਉਂਦੇ ਹੈ ਵੀ ਅਸੀਂ ਸਨੌਡੀਏ ਬ੍ਰਾਹਮਣ ਹਾਂ। ਸਨੌਡ ਇੱਕ ਦੇਸ਼, ਇੱਕ ਖਿੱਤੇ ਦਾ ਨਾਮ ਹੈ। ਸੋ ਉੱਥੋਂ ਦੇ ਰਹਿਣ ਵਾਲੇ ਸਨੌਡੀਏ ਕਹਾਉਂਦੇ ਹੈ। ਪਾਂਦੇ ਪੰਡਤ ਵੈਦ ਖਲੋਏ, ਕਈ ਪਾਂਦੇ, ਕਈ ਬ੍ਰਾਹਮਣ ਉਸਤਾਦ ਹਨ, ਪੜ੍ਹਾਉਂਦੇ ਹੈ, ਅੱਗੇ ਵਿੱਦਿਆ ਪੜ੍ਹਾਉਂਦੇ ਹੈ। ਕਈ ਵਿਦਵਾਨ ਹਨ, ਕਈ ਵੈਦ ਖਲੋਤੇ ਹੈ, ਉਹ ਵੈਦਗਿਰੀ ਕਰਦੇ ਹੈ। ਕਿਤੜੇ ਕੇਤੜਿਆਂ ਲੱਖ ਜੋਤ ਕੀ ਵੇਦ ਵੇਦੂਏ ਲੱਖ ਪਲੋਏ। ਕਈ ਲੱਖਾਂ ਹੀ ਬ੍ਰਾਹਮਣ ਜਿਹੜੇ ਨੇ ਉਹ ਜੋਤਸ਼ੀ ਹਨ। ਜੋਤਿਸ਼ ਵਿੱਦਿਆ ਜਿਹੜੀ ਹੈ ਉਹ ਪੜ੍ਹਦੇ ਪੜ੍ਹਾਉਂਦੇ ਹੈ, ਅੱਗੇ ਲੋਕਾਂ ਨੂੰ ਦੱਸਦੇ ਹੈ। ਹੱਥਾਂ ਦੀਆਂ ਰੇਖਾਵਾਂ ਦੇਖ ਕੇ ਕਈ ਗੱਲਾਂ ਦੱਸਦੇ ਹੈ। ਉਹਨਾਂ ਦਾ ਇਹ ਜੋਤਿਸ਼ ਦਾ ਕੰਮ ਹੈ। ਕਈ ਲੱਖਾਂ ਹੀ ਜੋਤਸ਼ੀ ਹਨ। ਵੇਦ ਵੇਦੂਏ, ਅਤੇ ਕਈ ਵੇਦੂਏ, ਵੇਦੂਏ ਤੋਂ ਭਾਵ ਵੇਦੀਏ, ਡਕਾਉਂਤ ਕਹਾਉਂਦੇ ਆਪਣੇ ਆਪ ਨੂੰ। ਉਹ ਗ੍ਰਹਿ ਨਛੱਤਰ ਇਹਨਾਂ ਬਾਰੇ ਦੱਸਦੇ ਹੈ, ਸ਼ਨੀਸ਼ਰ ਬਾਰੇ ਦੱਸ ਕੇ ਉਹਦਾ ਦਾਨ ਲੈਂਦੇ ਹੈ, ਅਤੇ ਉਹ ਦਾਨ ਨੂੰ ਦਿੱਤੇ ਹੋਏ ਨੂੰ ਉਹ ਅੰਗੀਕਾਰ ਕਰਦੇ ਹੈ। ਡਕਾਉਂਤ ਇਹ ਵੀ ਇੱਕ ਉਹਨਾਂ ਦੀ ਜਾਤ ਗੋਤ ਹੈ। ਸੋ ਕਈ ਲੱਖਾਂ ਹੀ ਹਨ, ਭਾਈ ਗੁਰਦਾਸ ਜੀ ਕਹਿੰਦੇ ਆ। ਕਿਤੜੇ ਲੱਖ ਕਵੀਸਰਾਂ ਬ੍ਰਹਮ ਭਾਟ ਬ੍ਰਹਮਾਉ ਬਖੋਏ। ਕਈ ਲੱਖਾਂ ਹੀ ਕਵੀਸ਼ਰ ਹਨ। ਬ੍ਰਹਮ ਭਾਟ ਉਹ ਲੋਕਾਂ ਦੀਆਂ ਸਿਫਤਾਂ ਕਰਦੇ ਆ, ਭੱਟ ਕਹਾਉਂਦੇ ਆ, ਉਹ ਭੱਟ ਬ੍ਰਾਹਮਣ ਹਨ। ਜਿਵੇਂ ਵਿਆਹ ਸ਼ਾਦੀ ਹੁੰਦਾ ਸੀ ਅਤੇ ਉੱਥੇ ਜਾ ਕੇ ਉਹ
ਕਵੀਸ਼ਰੀਆਂ ਕਰਦੇ ਸਨ। ਅਤੇ ਪੀੜ੍ਹੀਆਂ ਜਿਹੜੀਆਂ ਨੇ, ਇੱਕ ਪੁਸਤ ਦੋ, ਕਈ ਉਹਨਾਂ ਨੂੰ ਚੇਤੇ ਹੁੰਦੀਆਂ ਸਨ। ਅਤੇ ਫਿਰ ਉਹਨਾਂ ਦੇ ਜਿਸ ਘਰ ਦੇ ਵਿੱਚ ਵਿਆਹ ਹੋਣਾ, ਪਿਤਾ ਦਾਦੇ ਪੜਦਾਦੇ ਅਗਾਂਹ ਦੇ ਅਗਾਂਹ ਫਿਰ ਉਹਨਾਂ ਦੀਆਂ ਸਿਫਤਾਂ ਕਰਨੀਆਂ, ਉਹ ਇਸ ਤਰ੍ਹਾਂ ਸਨ, ਉਹ ਐਡੇ ਵੱਡੇ ਸਨ। ਇੱਦਾਂ ਨਾ ਉਹ ਜਸ ਕਰਦੇ ਅਤੇ ਸਿਫਤਾਂ ਕਰਦੇ ਜਾ ਕਰਕੇ ਕਿਤੜੇ ਲੱਖ ਕਵੀਸਰਾਂ ਬ੍ਰਹਮ ਭਾਟ ਬ੍ਰਹਮਾਓ ਬਖੋਏ। ਕਈ ਲੱਖਾਂ ਕਵੀਸ਼ਰ, ਕਈ ਭੱਟ ਹਨ ਜਸ ਗਾਉਣ ਵਾਲੇ ਬ੍ਰਾਹਮਣ, ਅਤੇ ਕਈ ਬ੍ਰਹਮਾਓ ਬਖੋਏ। ਕਈ ਜਿਹੜੇ ਬ੍ਰਾਹਮਣ ਹੈ ਉਹ ਆਪਣੇ ਆਪ ਨੂੰ ਬ੍ਰਹਮਾ ਦੀ ਔਲਾਦ ਅਖਵਾਉਂਦੇ ਹੈ ਵੀ ਅਸੀਂ ਬ੍ਰਹਮਾ ਦੀ ਔਲਾਦ ਹਾਂ। ਕੇਤੜਿਆਂ ਅਭਿਆਗਤਾਂ ਘਰ ਘਰ ਮੰਗਦੇ ਲਹਿਕਨ ਸੋਏ। ਕਈ ਬ੍ਰਾਹਮਣ ਅਭਿਆਗਤ ਹਨ, ਉਹ ਘਰ ਘਰ ਵਿੱਚ ਜਾ ਕੇ ਮੰਗਦੇ ਹੈ। ਕਦੀ ਕਿਸੇ ਦੇ ਘਰੇ ਕਦੀ ਕਿਸੇ ਦੇ ਘਰੇ ਮੰਗਣ ਚਲੇ ਜਾਂਦੇ ਹੈ। ਲੈ ਕਨਸੋਏ, ਅਤੇ ਕਨਸੋਆਂ ਲੈਂਦੇ ਰਹਿੰਦੇ ਹੈ, ਖਬਰਾਂ ਲੈਂਦੇ ਰਹਿੰਦੇ ਹੈ। ਵਿਆਹ ਕਿੱਥੇ ਹੈ, ਅੱਜ ਕਿਹਦੇ ਘਰ ਮੁੰਡੇ ਦਾ ਜਨਮ ਹੋਇਆ ਹੈ, ਉੱਥੇ ਜਾ ਕੇ ਉਹ ਮੰਗਦੇ ਹੈ। ਕਿੱਥੇ ਕਿਸੇ ਨੇ ਕੋਈ ਖੁਸ਼ੀ ਦਾ ਸਮਾਗਮ ਕੀਤਾ ਹੈ। ਸੋ ਕਵੀ ਜੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੀ ਲੱਖਾਂ ਹੀ ਨੇ, ਕਈ ਨੇ ਅਭਿਆਗਤ, ਘਰ ਘਰ ਮੰਗਦੇ ਹੈ, ਕਨਸੂਆਂ ਲੈਂਦੇ ਹੈ ਵੀ ਕਿੱਥੋਂ ਕੁਝ ਮਿਲੇਗਾ। ਕਿਤੜੇ ਸੌਣ ਸਵਾਣੀ ਹੋਏ। ਕਈ ਬ੍ਰਾਹਮਣ ਹਨ ਜਿਹੜੇ ਸੌਣ ਸਵਾਈ ਸ਼ਗਨ ਹੀ ਮਨਾਉਂਦੇ ਹੈ। ਸ਼ਗਨਾਂ ਬਾਰੇ ਦੱਸ ਕੇ ਅਤੇ ਉਹਦੇ ਤੋਂ ਹੀ ਆਪਣੀ ਜੀਵਕਾ ਚਲਾਉਂਦੇ ਹੈ। ਜਾ ਕੇ ਮੰਗਦੇ ਹੈ, ਦਾਨ ਲੈਂਦੇ ਹੈ, ਉਹਦੇ ਤੋਂ ਆਪਣੀ ਰੋਜੀ ਰੋਟੀ ਚਲਾਉਂਦੇ ਹੈ। ਸੋ ਇਹ ਵੀ ਭਾਈ ਗੁਰਦਾਸ ਜੀ ਕਹਿੰਦੇ ਕਈ ਹਨ, ਸ਼ਗਨ ਦੱਸ ਕੇ ਉਪਜੀਵਕਾ ਆਪਣੀ ਤੋਰਦੇ ਹੈ। ਸੋ ਭਾਈ ਗੁਰਦਾਸ ਜੀ ਨੇ ਗੁਰਸਿੱਖਾਂ ਦੇ ਪੁੱਛਣ 'ਤੇ ਇਹ ਦੱਸਿਆ ਹੈ ਕਿ ਜਿਹੜਾ ਬ੍ਰਾਹਮਣ ਵਰਣ ਹੈ ਨਾ, ਇਹ ਵੀ ਅੱਗੇ ਕਈ ਗੋਤਾਂ ਦੇ ਵਿੱਚ ਵੰਡਿਆ ਹੋਇਆ ਹੈ। ਇਹ ਇੱਕ ਦੋ ਨਹੀਂ, ਕਈ ਹਨ, ਬਹੁਤੇ ਹਨ, ਪਰ ਇਹ ਪਰਮਾਤਮਾ ਦੇ ਬਣਾਏ ਨਹੀਂ। ਇਹ ਅੱਡੋ ਅੱਡ ਕੰਮਾਂ ਕਰਕੇ, ਵੱਖ ਵੱਖ ਖਿੱਤਿਆਂ ਕਰਕੇ ਇਹ ਉਹਨਾਂ ਦੇ ਜਿਹੜੇ ਹੈ ਨਾਮ ਪੈ ਗਏ ਹੈ। ਹੁਣ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਿਆ ਗਿਆ, ਭਾਈ ਗੁਰਦਾਸ ਸਾਹਿਬ ਜੀ ਬ੍ਰਾਹਮਣਾਂ ਬਾਰੇ ਤਾਂ ਤੁਸੀਂ ਦੱਸ ਦਿੱਤਾ ਹੈ, ਹੁਣ ਕਿਰਪਾ ਕਰਕੇ ਖੱਤਰੀਆਂ ਬਾਰੇ ਵੀ ਦੱਸੋ ਕਿ ਇਹ ਇੱਕ ਹੀ ਹਨ ਕਿ ਇਹਨਾਂ ਦੀਆਂ ਵੀ ਅੱਗੇ ਕਈ ਜਾਤਾਂ ਗੋਤਾਂ ਨੇ। ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਵਿਚਰਨ ਤੋਂ ਅਤੇ ਅਨੇਕਾਂ ਪੁਸਤਕਾਂ ਦੇ ਪੜ੍ਹਨ ਤੋਂ ਪਤਾ ਲੱਗਦਾ ਹੈ ਵੀ ਇਹ ਜਿਹੜੇ ਖੱਤਰੀ ਨੇ ਇਹ ਵੀ ਇੱਕ ਨਹੀਂ, ਇਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਗੋਤਾਂ ਜਾਤਾਂ ਨੇ। ਸੋ ਉਹ ਵੀ ਵੱਖੋ ਵੱਖਰੇ ਕੰਮ ਕਰਦੇ ਹੈ। ਸੋ ਹੁਣ ਉਹਨਾਂ ਬਾਰੇ ਭਾਈ ਗੁਰਦਾਸ ਜੀ ਦੱਸਦੇ ਹੈ। ਕਿਤੜੇ ਖੱਤਰੀ ਬਾਰਹੀ, ਕੇਤੜਿਆਂ ਹੀ 52 ਹੀ। ਕਈ ਖੱਤਰੀ ਜਿਹੜੇ ਬਾਹਰੀ ਹੈ, ਬਾਹਰੀ ਕਹਾਉਂਦੇ ਆਪਣੇ ਆਪ ਨੂੰ, ਉਹ ਅਸਲ ਦੇ ਵਿੱਚ 12 ਘਰਾਂ ਦੇ ਨਾਲ ਉਹਨਾਂ ਦੇ ਵਿੱਚ ਸਾਕ ਕਰਦੇ, ਰਿਸ਼ਤਾ ਕਰਦੇ ਹੈ। ਬਾਹਰੀ ਉਹ ਗਿਣੀਆਂ ਹੁੰਦੀਆਂ ਉਹਨਾਂ ਦੀਆਂ, ਉਹਨਾਂ 12 ਗੋਤਾਂ ਦੇ ਵਿੱਚ ਹੀ ਉਹਨਾਂ ਨੇ ਰਿਸ਼ਤਾ ਕਰਨਾ ਹੁੰਦਾ ਹੈ, ਉਸ ਤੋਂ ਵੱਧ ਨਹੀਂ। ਕੇਤੜਿਆਂ ਹੀ 52 ਹੀ, ਅਤੇ ਕਈ 52 ਹੀ ਆਪਣੇ ਆਪ ਨੂੰ ਕਹਾਉਂਦੇ ਹੈ। ਉਹ 52 ਘਰਾਂ ਦੇ ਵਿੱਚ ਹੀ ਵਰਤਦੇ ਹੈ। ਉਹ ਵੀ ਉਹਨਾਂ ਦੇ ਗਿਣੇ ਹੁੰਦੇ ਹੈ ਵੀ ਇਹਨਾਂ ਗੋਤਾਂ ਦੇ ਵਿੱਚ ਅਸੀਂ ਵਰਤਣਾ ਹੈ, ਹੋਰ ਦੂਜੀਆਂ ਦੇ ਵਿੱਚ ਨਹੀਂ। ਇਹ ਹੈ ਤੇ ਸੈਂਕੜਿਆਂ ਹਜ਼ਾਰਾਂ ਤੋਂ ਅੱਗੇ ਲੰਘ ਜਾਂਦੀਆਂ ਨੇ। ਸੋ ਕਈ ਬਾਹਰੀ ਕਹਾਉਂਦੇ ਹੈ ਅਤੇ ਕਈ 52 ਹੀ ਹਨ ਇਹਨਾਂ ਖੱਤਰੀਆਂ ਦੇ ਵਿੱਚ। ਪਾ ਵਾਧੇ ਪਾ ਚਾਧਿਆ, ਫਲੀਆਂ ਖੋਖਰਾਇਣ ਅਵਗਾਹੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅਵਗਾਹੀ ਵਿਚਾਰ ਕਰਨ ਤੋਂ ਪਤਾ ਲੱਗਦਾ ਇਹਨਾਂ ਖੱਤਰੀਆਂ ਦੇ ਵਿੱਚ ਕਈ ਪਵਾਧੇ ਹੈ, ਕਈ ਪਾਚਾਧਿਆ, ਕਈ ਪਚਾਧੇ ਹੈ, ਕਈ ਫਲੀਆਂ ਅਤੇ ਕਈ ਖੋਖਰਾਇਣ ਹਨ, ਖੋਖਰ ਜਾਤੀ ਦੇ। ਸੋ ਇਹ ਸਾਰੀਆਂ ਖੱਤਰੀਆਂ ਦੀ ਅੱਗੇ ਜਿਵੇਂ ਜਿਵੇਂ ਵੰਡ ਹੋਈ ਹੈ ਨਾ,
ਭਾਈ ਗੁਰਦਾਸ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਕਿਤੇ ਨਹੀਂ ਕਿਹਾ ਵੀ ਇਹ ਰੱਬ ਦੀਆਂ ਬਣਾਈਆਂ, ਇਹ ਪਰਮੇਸ਼ਰ ਨੇ ਬਣਾਈਆਂ। ਸਵਾਲ ਕਰਨ ਵਾਲਿਆਂ ਨੇ ਸਵਾਲ ਕੀਤਾ, ਪੁੱਛਿਆ ਵੀ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ ਇਹਦੇ ਬਾਰੇ, ਅਤੇ ਭਾਈ ਗੁਰਦਾਸ ਜੀ ਉਹਦੀ ਜਾਣਕਾਰੀ ਦੇ ਰਹੇ ਹੈ। ਕਈ ਪਵਾਦੇ ਹੈ, ਕਈ ਪਾਚਾਦੇ ਹੈ, ਕਈ ਫਲੀਆਂ, ਕਈ ਖੋਖਰਾਇਣ ਜਾਤੀ ਦੇ, ਇਹ ਕਈ ਹਨ। ਕੇਤੜਿਆਂ ਚੌੜ ਉਤਰੀ, ਕੇਤੜਿਆਂ ਸੇ ਰੀਨ ਵਿਲਾਹੀ। ਕਈ ਕਿਤਨੇ ਹੀ ਚੌੜ ਉਤਰੀ ਹੈ, ਕੇਤੜਿਆਂ ਸੇ ਰੀਨ ਵਿਲਾਹੀ, ਕਿਤਨੇ ਹੀ ਸਰੀਣ ਹਨ ਅਤੇ ਕਿਤਨੇ ਹੀ ਵਿਲਾਹੀ ਹਨ। ਬਹੁਤ ਹਨ ਇਹ, ਕਈ ਸਰੀਣ ਅਖਵਾਉਂਦੇ ਹੈ, ਕਈ ਵਿਲਾਹੀ ਖੱਤਰੀ ਆਪਣੇ ਆਪ ਨੂੰ ਅਖਵਾਉਂਦੇ ਹੈ। ਕੇਤੜਿਆਂ ਅਵਤਾਰ ਹੋਏ, ਚੱਕਰਵਰਤ ਰਾਜੇ ਦਰਗਾਹੀ। ਅਤੇ ਕਈ ਇਹਨਾਂ ਦੇ ਵਿੱਚੋਂ, ਖੱਤਰੀਆਂ ਦੇ ਵਿੱਚੋਂ ਹੀ ਅਵਤਾਰ ਹੋਏ ਹੈ। ਜਿਵੇਂ ਸ੍ਰੀ ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਜੀ, ਇਹ ਖੱਤਰੀਆਂ ਦੇ ਵਿੱਚੋਂ ਹੀ ਇਹ ਅਵਤਾਰ ਹੋਏ ਹੈ। ਚੱਕਰਵਰਤ ਰਾਜੇ ਦਰਗਾਹੀ, ਅਤੇ ਕਈ ਚੱਕਰਵਰਤੀ ਰਾਜੇ, ਰਾਜਾ ਮਾਨ ਧਾਤਾ ਵਰਗੇ ਖੱਤਰੀ ਹੋਏ ਹੈ। ਚੱਕਰਵਰਤੀ ਰਾਜੇ ਹੋਏ ਹੈ ਜਿਨ੍ਹਾਂ ਨੇ ਰਾਜ ਭਾਗ ਕੀਤਾ ਹੈ। ਅਤੇ ਕਈ ਦਰਗਾਹੀ, ਕਈ ਦਰਬਾਰਾਂ ਦੇ ਵਿੱਚ ਜਿਹੜੇ ਹੈ ਉਹ ਦਰਬਾਰੀ ਲੱਗੇ ਹੈ ਖੱਤਰੀ। ਉਹ ਦਰਗਾਹੀ ਆਪਣੇ ਆਪ ਨੂੰ ਕਹਾਉਂਦੇ, ਅਸੀਂ ਫਲਾਣੇ ਰਾਜੇ ਦੇ ਦਰਬਾਰ ਵਿੱਚ ਦਰਬਾਰੀ ਹਾਂ। ਸੂਰਜ ਵੰਸੀ ਆਖੀਅਨ, ਸੋਮਵੰਸ ਸੂਰਵੀਰ ਸਿਪਾਹੀ। ਕਈ ਖੱਤਰੀ ਆਪਣੇ ਆਪ ਨੂੰ ਸੂਰਜ ਬੰਸੀ ਅਖਵਾਉਂਦੇ ਹੈ ਅਤੇ ਕਈ ਚੰਦਰ ਬੰਸੀ ਅਖਵਾਉਂਦੇ ਹੈ। ਵੈਸੇ ਸ਼ੁਰੂ ਦੇ ਵਿੱਚ ਇਹ ਜਿਹੜੇ ਖੱਤਰੀ ਇਹ ਦੋ ਭਾਗਾਂ ਵਿੱਚ ਵੰਡੇ ਹੈ, ਸੂਰਜ ਬੰਸੀ ਅਤੇ ਚੰਦਰ ਬੰਸੀ। ਸੂਰਜ ਬੰਸੀ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਹੋਏ ਹੈ, ਚੰਦਰ ਬੰਸੀ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਹੋਏ ਹੈ। ਅੱਗੇ ਫਿਰ ਬਹੁਤ ਸਾਰੇ ਭਾਗ ਬਣ ਗਏ, ਬਾਰੀ, ਬਵੰਜਾਹੀ, ਸੇਰੀਣ, ਖੋਖਰਾਇਣ। ਉਹਨਾਂ ਦੇ ਵੀ ਅੱਗੇ ਕਈ ਵੱਖਰੇ ਵੱਖਰੇ ਗੋਤ ਬਣੇ ਅਤੇ ਕਈ ਸ਼ਾਖਾਵਾਂ ਫੁੱਟ ਪਈਆਂ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਈ ਸੂਰਜ ਬੰਸੀ ਹੈ, ਕਈ ਚੰਦਰ ਬੰਸੀ ਹੈ। ਸੂਰਵੀਰ ਸਿਪਾਹੀ, ਕਈ ਸੂਰਬੀਰ ਬਹਾਦਰ ਅਤੇ ਕਈ ਸਿਪਾਹੀ ਜਿਹੜੇ ਆ ਯੋਧੇ, ਉਹ ਖੱਤਰੀ ਕਹੀਦੇ ਹੈ। ਧਰਮ ਰਾਏ ਧਰਮਾਤਮਾ, ਧਰਮ ਵਿਚਾਰ ਨਾ ਬੇਪਰਵਾਹੀ। ਸੋ ਹੁਣ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਧਰਮ ਰਾਏ ਹੈ ਨਾ, ਧਰਮ ਰਾਜਾ, ਇਹ ਵੱਡਾ ਧਰਮਾਤਮਾ ਹੈ। ਇਹ ਧਰਮ ਦਾ ਵਿਚਾਰ ਕਰਦਾ ਹੈ ਔਰ ਕਿਸੇ ਦੀ ਪਰਵਾਹ ਨਹੀਂ ਕਰਦਾ ਵੀ ਇਹ ਅਵਤਾਰ ਹੈ, ਇਹ ਰਾਜਾ ਹੈ, ਇਹ ਛੋਟਾ ਹੈ, ਵੱਡਾ ਹੈ। ਸਾਰਿਆਂ ਦੇ ਨਾਲ ਉਹ ਅਦਲ ਕਰਦਾ ਹੈ, ਸਾਰਿਆਂ ਦਾ ਉਹ ਨਿਆਂ ਕਰਦਾ ਹੈ। ਕਿਸੇ ਅਵਤਾਰ ਜਾਂ ਚੱਕਰਵਰਤੀ ਰਾਜਾ, ਉਹਨੂੰ ਕਿਸੇ ਦੀ ਕਾਨ ਕਨੌੜ ਨਹੀਂ ਹੁੰਦੀ। ਰਾਜਾ ਪ੍ਰਜਾ ਸਮਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਹੋਵੇ, ਪ੍ਰਜਾ ਹੋਵੇ, ਸਾਰਿਆਂ ਨੂੰ ਬਰਾਬਰ ਕਰਕੇ ਮੌਤ ਆਉਂਦੀ ਹੈ ਅਤੇ ਉਹਨਾਂ ਦੇ ਕੀਤੇ ਹੋਏ ਕਰਮ ਸ਼ੁਭ ਅਸ਼ੁਭ ਸਾਰਿਆਂ ਦਾ ਵਿਚਾਰ ਧਰਮ ਰਾਜਾ ਕਰਦਾ ਹੈ। ਧਰਮ ਰਾਏ ਨੂੰ ਹੁਕਮ ਹੈ, ਵਹਿ ਸੱਚਾ ਧਰਮ ਵਿਚਾਰ, ਵੀ ਸੱਚਾ ਨਿਆਂ ਕਰਨਾ ਉਹਨੂੰ ਇਹ ਹੁਕਮ ਹੈ। ਸੋ ਧਰਮ ਰਾਜੇ ਨੂੰ ਵੀ ਕਈ ਖੱਤਰੀ ਕਹਿੰਦੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ, ਧਰਮ ਰਾਏ ਧਰਮਾਤਮਾ, ਧਰਮ ਵਿਚਾਰ ਨਾ ਬੇਪਰਵਾਹੀ। ਧਰਮ ਦੀ ਵਿਚਾਰ ਕਰਦਾ ਹੈ ਅਤੇ ਬੇਪਰਵਾਹ, ਕਿਸੇ ਦਾ ਲਿਹਾਜ਼ ਨਹੀਂ ਕਰਦਾ ਔਰ ਕਿਸੇ ਦੀ ਕਾਨ ਕਨੌੜ ਉਹ ਨਹੀਂ ਮੰਨਦਾ। ਦਾਨ ਖੜਗ ਮੰਤ ਭਗਤ ਸਲਾਹੀ। ਹੁਣ ਅਖੀਰਲੀ ਇਸ ਪੰਕਤੀ ਦੇ ਵਿੱਚ ਦੱਸਦੇ ਹੈ ਵੀ ਜਿਹੜੇ ਖੱਤਰੀ ਨੇ ਉਹ ਸਫਲ ਕਿਹੜੇ ਨੇ, ਪ੍ਰਵਾਨ ਖੱਤਰੀ ਕਿਹੜੇ ਹੈ। ਅਸਲ 'ਚ ਇਹ ਸਫਲ ਕਿਵੇਂ ਹੁੰਦੇ, ਇਹਨਾਂ ਦਾ ਕਰਮ ਕੀ ਹੈ। ਦਾਨ,
ਖੱਤਰੀ ਸਲਾਉਣ ਵਾਲੇ ਉਹ ਹੈ, ਸਫਲ ਉਹ ਨੇ ਜਿਹੜੇ ਦਾਨ ਕਰਦੇ ਹੈ। ਖੜਗ ਜਿਹੜੇ ਖੜਗ ਧਾਰੀ ਆ, ਸ਼ਸਤਰ ਧਾਰੀ ਹੈ, ਸ਼ਸਤਰ ਧਾਰਨ ਕਰਕੇ ਧਰਮ ਦਾ ਯੁੱਧ ਕਰਦੇ ਹੈ। ਦਸਮ ਗ੍ਰੰਥ ਵਿੱਚ ਮਹਾਰਾਜ ਦੇ ਅਸੀਂ ਬਚਨ ਪੜ੍ਹਦੇ ਹਨ, ਕਲਗੀਧਰ ਜੀ ਦੇ, ਛਤਰੀ ਕੋ ਪੂਤ ਹਾਂ ਬਾਹਮਣ ਕੋ ਨਾ। ਖੱਤਰੀ ਦਾ ਪੁੱਤਰ ਸ਼ਸਤਰ ਧਾਰੀ ਹੁੰਦਾ ਹੈ, ਦਾਨ ਦਿੰਦਾ ਹੈ, ਸ਼ਸਤਰ ਫੜ ਕੇ ਧਰਮ ਦਾ ਯੁੱਧ ਕਰਦਾ ਹੈ। ਮੰਤ ਭਗਤ ਸਲਾਹੀ, ਅਤੇ ਗੁਰੂ ਦੁਆਰਾ ਦਿੱਤੇ ਹੋਏ ਮੰਤ ਤੋਂ ਭਾਵ ਮੰਤਰ, ਗੁਰਮੰਤਰ ਨੂੰ ਜਪਦਾ ਸਿਮਰਨ ਕਰਦਾ ਹੈ, ਭਗਤੀ ਕਰਦਾ ਹੈ। ਇਹ ਉਹਦੀ ਸਲਾਹਤਾ ਹੁੰਦੀ ਹੈ, ਇਹ ਉਹਦੀ ਸਿਫਤ ਹੈ। ਸ਼ਲਾਘਾਯੋਗ ਉਸ ਖੱਤਰੀ ਦੀ ਇਹ ਕਰਨੀ ਹੈ। ਦਾਨ ਕਰਦਾ ਹੈ, ਸ਼ਸਤਰਧਾਰੀ ਹੈ, ਔਰ ਇਸੇ ਤਰ੍ਹਾਂ ਗੁਰਮੰਤਰ ਦਾ ਸਿਮਰਨ ਕਰਦਾ ਹੈ, ਭਗਤੀ ਕਰਦਾ ਹੈ। ਉਹ ਖੱਤਰੀ ਸਲਾਹੁਣ ਯੋਗ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਵੇਲੇ ਸ਼ਸਤਰ ਧਾਰਨ ਸਤਿਗੁਰੂ ਨੇ ਕੀਤੇ ਉਪਦੇਸ਼ ਦੇ ਰਹੇ ਸਨ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਉਹ ਸਾਰਾ ਬਚਨ ਲਿਖਿਆ ਹੈ ਵੀ ਮਹਾਰਾਜ ਨੇ ਸ਼ਸਤਰ ਧਾਰੇ, ਨਾਮ ਜਪੇ। ਸਫਲ ਉਹੀ ਹੈ ਜਿਹੜਾ ਇਸ ਪੰਕਤੀ 'ਚ ਜ਼ਿਕਰ ਕੀਤਾ ਹੈ, ਦਾਨ ਖੜਗ ਮੰਤ ਭਗਤ ਸਲਾਹੀ। ਸੋ ਉਹ ਖੱਤਰੀ ਸਫਲ ਹੈ। ਸੋ ਇਸ 10ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਜਿਵੇਂ ਅੱਗੇ ਅੱਗੇ ਖੱਤਰੀਆਂ ਦੀ ਵੰਡ ਹੋਈ ਉਹਦਾ ਹੁਣ ਜ਼ਿਕਰ ਕੀਤਾ ਹੈ। ਇਸ ਤੋਂ ਅਗਲੀ 11ਵੀਂ ਪੌੜੀ ਦੇ ਵਿੱਚ ਵੈਸ਼ ਵਰਣ ਜਿਹੜਾ ਹੈ ਇਹ ਅੱਗੇ ਕਈ ਹਿੱਸਿਆਂ ਵਿੱਚ ਵੰਡਿਆ ਗਿਆ। ਹੁਣ ਉਹਦੇ ਬਾਰੇ ਦੱਸ ਰਹੇ ਹੈ। ਕਿਤੜੇ ਵੈਸ ਵਖਾਣੀਅਨ, ਰਾਜਪੂਤ ਰਾਵਤ ਵਿਚਾਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵਿਚਾਰ ਕਰਨ ਤੋਂ ਪਤਾ ਲੱਗਦਾ ਹੈ ਕਿਤਨੇ ਹੀ ਵੈਸ਼ ਜਾਤੀ ਦੇ ਲੋਕ ਕਹੇ ਜਾਂਦੇ ਹੈ। ਵੈਸ਼ਾਂ ਦੇ ਵਿੱਚ ਇੱਕ ਦੋ ਨਹੀਂ, ਕਿੰਨੇ ਹੀ ਆਉਂਦੇ ਹੈ। ਰਾਜਪੂਤ ਰਾਵਤ ਵਿਚਾਰੀ, ਕਈ ਵੈਸ਼ਾਂ ਦੇ ਵਿੱਚ ਰਾਜਪੂਤ ਹਨ, ਕਈ ਰਾਵਤ, ਇਹ ਵੀ ਵੈਸ਼ਾਂ ਦੀ, ਰਾਜਪੂਤਾਂ ਦੇ ਵਿੱਚ ਇੱਕ ਉਹਨਾਂ ਦੀ ਜਾਤ ਹੈ। ਕਈ ਰਾਜਪੂਤ ਅਤੇ ਕਈ ਰਾਵਤ ਅਖਵਾਉਂਦੇ ਹੈ। ਅਤੇ ਇੱਕ ਹੋਰ ਗੱਲ, ਰਾਜਪੂਤ ਖੱਤਰੀਆਂ ਦੇ ਵਿੱਚ ਵੀ ਆਉਂਦੇ ਹੈ ਅਤੇ ਵੈਸ਼ਾਂ ਦੇ ਵਿੱਚ ਵੀ ਇਹ ਆਉਂਦੇ ਹੈ, ਦੋਹਾਂ ਦੇ ਵਿੱਚ ਆਉਂਦੇ ਹੈ। ਤੂਅਰ ਗੌੜ ਪਵਾਰ ਲਖ, ਮੱਲਣ ਹਾਸ ਚੌਹਾਨ ਚਿਤਾਰੀ। ਕਈ ਵੈਸ਼ ਜਿਹੜੇ ਨੇ ਤੂਅਰ ਹਨ, ਆਪਣੇ ਆਪ ਨੂੰ ਤੂਅਰ ਕਹਾਉਂਦੇ ਹੈ। ਇਹ ਉਹਨਾਂ ਦੀਆਂ ਅੱਗੇ ਜਾਤਾਂ ਗੋਤਾਂ ਨੇ ਸਾਰੀਆਂ ਭਾਈ ਗੁਰਦਾਸ ਸਾਹਿਬ ਨੇ ਲਿਖੀਆਂ। ਕਈ ਤੂਅਰ ਹਨ, ਕਈ ਗੌੜ ਹਨ, ਕਈ ਲੱਖਾਂ ਹੀ ਪਵਾਰ ਹਨ। ਇਸੇ ਤਰ੍ਹਾਂ ਮੱਲਣ, ਹਾਸ, ਚੌਹਾਨ ਜਾਤ ਦੇ ਇਹ ਕਿੰਨੇ ਕੁ ਕਹੀਦੇ ਹੈ। ਕਛਵਾਹੇ ਰਾਠੌੜ ਲਖ, ਰਾਣੇ ਰਾਏ ਭੂਮੀਏ ਭਾਰੀ। ਅਤੇ ਵੈਸ਼ਾਂ ਦੇ ਵਿੱਚ ਲੱਖਾਂ ਹੀ ਕਛਵਾਹੇ ਹਨ ਅਤੇ ਇਸੇ ਤਰ੍ਹਾਂ ਲੱਖਾਂ ਹੀ ਰਾਠੌੜ ਹਨ, ਲੱਖਾਂ ਹੀ ਰਾਣੇ ਹੈ ਅਤੇ ਲੱਖਾਂ ਹੀ ਭੂਮੀਏ। ਜਿਹੜੇ ਵੈਸ਼ਾਂ ਦੇ ਵਿੱਚ ਉਹ ਜ਼ਿਮੀਂਦਾਰ ਅਤੇ ਉਹਨਾਂ ਵਿੱਚੋਂ ਆਪਣੇ ਆਪ ਨੂੰ ਉਹ ਰਾਏ ਕਹਾਉਂਦੇ ਹੈ, ਵੱਡੇ ਸ਼੍ਰੋਮਣੀ ਜਿਹੜੇ ਹੈ ਉਹ ਕਹਾਉਂਦੇ ਹੈ। ਇਹ ਕਈ ਹੋ ਗੁਜ਼ਰੇ ਹੈ। ਬਾਗ ਬਗੇਲੇ ਕੇਤੜੇ, ਬਲਵੰਡ ਲੱਖ ਬੁੰਦੇਲੇ ਕਾਰੀ। ਲੱਖਾਂ ਬਾਗ ਅਤੇ ਲੱਖਾਂ ਬਗੇਲੇ, ਕਈ ਵੈਸ਼ ਜਿਹੜੇ ਬਾਗ, ਆਪਣੇ ਆਪ ਨੂੰ ਉਹ ਬਾਗ ਕਹਾਉਂਦੇ ਹੈ, ਕਈ ਕਹਿੰਦੇ ਅਸੀਂ ਬਗੇਲੇ ਹੁੰਦੇ ਹਾਂ। ਸੋ ਇਸ ਤਰ੍ਹਾਂ ਬਾਗ ਬਗੇਲੇ ਕੇਤੜੇ, ਬਲਵੰਡ ਲੱਖ ਬੁੰਦੇਲੇ ਕਾਰੀ। ਅਤੇ ਲੱਖਾਂ ਹੀ ਬੁੰਦੇਲਾ ਜਾਤੀ ਦੇ। ਬੁੰਦੇਲਖੰਡ ਇੱਕ ਖਿੱਤਾ ਵੀ ਹੈ, ਹੋ ਸਕਦਾ ਉੱਥੋਂ ਦੇ ਵਾਸੀ ਹੋਣ ਅਤੇ ਉੱਥੋਂ ਹੀ ਫਿਰ ਇਹ ਉਹਨਾਂ ਦਾ ਨਾਮ ਪੈ ਗਿਆ। ਸੋ ਕਈ ਬੁੰਦੇਲੇ ਹਨ, ਲੱਖਾਂ ਹੀ, ਅਤੇ ਬਲਵੰਡਕਾਰੀ ਉਹ ਬਲ ਵਾਲੇ ਹੈ, ਉਹ ਸੂਰਮੇ ਹੈ, ਇਹ ਲੱਖਾਂ ਦੀ ਗਿਣਤੀ ਵਿੱਚ ਹਨ। ਕੇਤੜਿਆਂ ਹੀ ਭੁਰਟੀਏ, ਦਰਬਾਰਾਂ ਅੰਦਰ ਦਰਬਾਰੀ।
ਕਈ ਜਿਹੜੇ ਐ ਉਹ ਭੁੱਟੀਏ ਕੌਮ ਦੇ ਐ, ਭੁੱਟੀਏ ਕਹਾਉਂਦੇ ਆਪਣੇ ਆਪ ਨੂੰ, ਅਤੇ ਰਾਜਿਆਂ ਦੇ ਦਰਬਾਰਾਂ ਦੇ ਵਿੱਚ ਦਰਬਾਰੀ ਹਨ। ਉਥੇ ਉਹ ਕੰਮ ਕਰਦੇ ਐ, ਦਰਬਾਨ ਬਣੇ ਹੋਏ ਐ। ਕਿਤੜੇ ਗਣੀ ਪਧੌੜੀਏ, ਦੇਸ ਦੇਸ ਵੱਡੇ ਇਤਬਾਰੀ। ਇੱਥੇ ਪਾਠ ਗਣੀ ਹੈ। ਕਿਤੜੇ ਗਣੀ ਪਧੌੜੀਏ, ਕਈ ਜਿਹੜੇ ਆ ਉਹ ਪਧੌੜੀਏ ਕਹਾਉਂਦੇ ਆ ਆਪਣੇ ਆਪ ਨੂੰ। ਇੱਕ ਤਾਂ ਆਪਣੇ ਨੇੜੇ ਹੈ ਨਾ ਇੱਥੇ ਨਗਰ ਭਦੌੜ, ਕਈ ਵਿਦਵਾਨਾਂ ਨੇ ਅਰਥ ਕੀਤਾ ਕਿ ਭਦੌੜ ਦੇ ਗੁਣੀ ਹਨ। ਗੱਲ ਤੇ ਵੈਸ਼ ਜਿਹੜੇ ਨੇ ਅੱਗੇ ਉਹਨਾਂ ਦੀਆਂ ਸ਼ਾਖਾਵਾਂ ਜਿਵੇਂ ਜਿਵੇਂ ਬਣੀਆਂ ਉਹਨਾਂ ਦੀ ਚੱਲ ਰਹੀ ਹੈ। ਭਦੌੜ ਦੇ ਗੁਣੀ ਮੇਰੀ ਸਮਝ ਮੁਤਾਬਕ ਇਹ ਅਰਥ ਬਣਦਾ ਨਹੀਂ। ਖੋਜ ਕਰੀਏ ਜਦੋਂ ਆਪਾਂ ਤਾਂ ਪਤਾ ਲੱਗਦਾ ਹੈ ਅਸਲ ਦੇ ਵਿੱਚ ਚੰਬਲ ਨਦੀ ਦੇ ਕੰਢੇ 'ਤੇ ਕੁਝ ਲੋਕ ਵਸਦੇ ਹੈ। ਉੱਥੇ ਚੰਬਲ ਨਦੀ ਦੇ ਕੰਢੇ 'ਤੇ ਇੱਕ ਜ਼ਿਲ੍ਹਾ ਜਿਹਨੂੰ ਪਧਾਵਰ ਕਿਹਾ ਜਾਂਦਾ ਸੀ, ਇਹ ਰਾਜਪੂਤਾਂ ਦੀ ਇੱਕ ਜਾਤ ਹੈ ਭਦੌੜੀਏ। ਚੰਬਲ ਨਦੀ ਦੇ ਕੰਢੇ 'ਤੇ ਪਧਾਵਰ ਜ਼ਿਲ੍ਹੇ ਵਿੱਚ ਰਹਿਣ ਕਰਕੇ ਇਹ ਉਹਨਾਂ ਦਾ ਨਾਂ ਪਿਆ। ਤਾਂ ਭਾਈ ਗੁਰਦਾਸ ਜੀ ਨੇ ਲਿਖਿਆ ਕਿਤੜੇ ਗਣੀ ਪਧੌੜੀਏ, ਕਈ ਪਧੌੜੀਏ ਗਿਣੇ ਜਾਂਦੇ ਹੈ। ਇੱਕ ਨਹੀਂ, ਉਹਨਾਂ ਦੇ ਵਿੱਚੋਂ ਕਈ ਹਨ। ਦੇਸ ਦੇਸ ਵੱਡੇ ਇਤਬਾਰੀ, ਕਈ ਵੱਖ ਵੱਖ ਦੇਸ਼ਾਂ ਦੇ ਵਿੱਚ ਵੱਡੇ ਇਤਬਾਰੀ ਹਨ, ਭਰੋਸਾ ਕਰਨ ਵਾਲੇ ਹੈ। ਭਰੋਸਾ ਉਹਨਾਂ 'ਤੇ ਕੀਤਾ ਜਾਂਦਾ ਹੈ, ਭਰੋਸੇ ਵਾਲੇ ਹਨ, ਕਈ ਹਨ। ਹਉਮੈ ਮੋਏ ਨਾ ਹਉਮੈ ਮਾਰੀ। ਭਾਈ ਗੁਰਦਾਸ ਜੀ ਕਹਿੰਦੇ ਇਹ ਸ਼ਾਖਾਵਾਂ ਤਾਂ ਬਹੁਤ ਨੇ ਇਹਨਾਂ ਦੀਆਂ ਅੱਗੇ, ਪਰ ਗੱਲ ਇਹ ਹੈ ਵੀ ਹਉਮੈ ਮੋਏ, ਇਹ ਹਉਮੈ ਦੇ ਵਿੱਚ ਮਰੇ ਹੈ। ਮੈਂ ਕਰਦੇ ਚਲੇ ਗਏ, ਪਰ ਨਾ ਹਉਮੈ ਮਾਰੀ, ਕਿਸੇ ਨੇ ਵੀ ਹਉਮੈ ਨੂੰ ਨਹੀਂ ਮਾਰਿਆ। ਹੰਕਾਰ ਕੀਤਾ, ਤੁਰ ਗਏ, ਪਰ ਹਉਮੈ ਨੂੰ ਇਹ ਜਿੱਤ ਨਾ ਸਕੇ, ਹਉਮੈ ਨੂੰ ਮਾਰ ਨਾ ਸਕੇ। ਹੰਕਾਰ ਹੈ ਹੀ ਐਸਾ, ਬ੍ਰਹਮੇ ਵਰਗੇ ਉਹ ਹੰਕਾਰੀ ਬਣ ਗਏ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ। ਉਹਨੇ ਹੰਕਾਰ ਕੀਤਾ। ਸੋ ਜਿਨ੍ਹਾਂ ਨੇ ਵੀ ਹੰਕਾਰ ਕੀਤਾ ਸੋ ਉਹ ਮਰ ਗਏ, ਉਹ ਸਾਰੇ ਹੀ ਖੱਪ ਗਏ ਹੈ। ਸੋ ਭਾਈ ਗੁਰਦਾਸ ਜੀ ਨੇ ਹੁਣ ਇਸ ਤੋਂ ਅਗਲੀ ਪੌੜੀ ਦੇ ਵਿੱਚ ਜੋ ਵੱਖ ਵੱਖ ਕੰਮਾਂ ਕਰਕੇ ਨਾਂ ਪੈ ਗਏ ਉਹਨਾਂ ਦਾ ਜ਼ਿਕਰ ਕਰਦੇ ਹੈ। ਕਿਤੜੇ ਸੂਦ ਸਦਾਏ ਦੇ, ਕਿਤੜੇ ਕਾਇਥ ਲਿਖਣ ਹਾਰੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਈ ਜਿਹੜੇ ਆਪਣੇ ਆਪ ਨੂੰ ਸੂਦ ਸਦਵਾਉਂਦੇ ਹੈ, ਬਾਣੀਏ ਸਦਵਾਉਂਦੇ ਹੈ, ਪੰਸਾਰੀ ਦਾ ਕੰਮ ਕਰਦੇ ਹੈ, ਕੋਈ ਲੂਣ ਮਿਰਚ ਮਸਾਲਾ ਵੇਚਦਾ ਹੈ। ਕਈ ਜਿਹੜੇ ਹੈ ਪੜ੍ਹੇ ਲਿਖੇ ਹੈ ਉਹ ਮੁਨਸ਼ੀ ਬਣੇ ਹੈ। ਸੋ ਮੁਨਸ਼ੀ ਸਦਵਾਉਂਦੇ ਆਪਣੇ ਆਪ ਨੂੰ, ਲਿਖਣ ਹਾਰੇ, ਹਿਸਾਬ ਕਿਤਾਬ ਲਿਖਣ ਵਾਲੇ ਹੈ। ਕੇਤੜਿਆਂ ਹੀ ਬਾਣੀਏ, ਕਿਤੜੇ ਭਾਪੜਿਆਂ ਸੁਨਿਆਰੇ। ਕਈ ਬਾਣੀਏ ਵੱਖੋ ਵੱਖਰਾ ਕੰਮ ਕਰਦੇ ਹੈ। ਕਿਤੜੇ ਭਾਪੜਿਆਂ ਸੁਨਿਆਰੇ, ਕਈ ਸੋਨੇ ਦਾ ਕੰਮ ਕਰਨ ਵਾਲੇ ਸੁਨਿਆਰੇ ਹਨ, ਸੋਨੇ ਦਾ ਕੰਮ ਕਰਦੇ ਹੈ। ਅਤੇ ਕਈ ਭਾਪੜੇ ਜਿਹੜੇ ਜੈਨ ਮਤ ਨੂੰ ਧਾਰਨ ਕਰਨ ਵਾਲੇ ਹੈ। ਸੋ ਉਹਨਾਂ ਦੀ ਜੋ ਮਰਿਆਦਾ ਅਨੁਸਾਰ ਚੱਲਦੇ ਹੈ ਉਹ ਹਨ। ਕੇਤੜਿਆਂ ਲੱਖ ਜੱਟ ਹੋਏ, ਕੇਤੜਿਆਂ ਛੀਂਬੈ ਸਹਿ ਸਾਰੇ। ਕਈ ਲੱਖਾਂ ਹੀ ਜੱਟ ਹਨ ਅਤੇ ਕਈ ਛੀਂਬੈ ਸੰਸਾਰੇ, ਛੀਂਬੇ ਹੈ ਸੰਸਾਰ ਦੇ ਵਿੱਚ, ਕੱਪੜੇ ਦਾ ਕੰਮ ਇਤਿਆਦਿ ਕਰਦੇ ਹੈ। ਕੇਤੜਿਆਂ ਠਾਠੇਰਿਆਂ, ਕੇਤੜਿਆਂ ਲੋਹਾਰ ਵਿਚਾਰੇ। ਕਈ ਠਠੇਰੇ ਹੈ, ਭਾਂਡੇ ਬਣਾਉਂਦੇ ਹੈ, ਮਿੱਟੀ ਦੇ ਬਰਤਨ ਬਣਾਉਂਦੇ ਹੈ। ਕਈ ਲੋਹੇ ਦਾ ਕੰਮ ਕਰਦੇ ਹੈ, ਲੋਹਾਰ ਹਨ ਵਿਚਾਰੇ। ਕਿਤੜੇ ਤੇਲੀ ਆਖੀਅਨ, ਕਿਤੜੇ ਹਲਵਾਈ ਬਾਜ਼ਾਰੇ।
ਕਈ ਤੇਲੀ ਹੈ, ਤੇਲ ਕੱਢਦੇ ਹੈ, ਕੋਲੂ ਲਾਏ ਹੋਏ ਹੈ ਸਰੋਂ ਚੋਂ, ਤਿਲਾਂ ਚੋਂ, ਹੋਰ ਜੋ ਕੁਝ ਹੈ। ਸੋ ਕਈ ਤੇਲੀ ਕਹੇ ਜਾਂਦੇ ਹੈ ਅਤੇ ਕਈ ਬਾਜ਼ਾਰਾਂ 'ਚ ਹਲਵਾਈ ਹੈ, ਉਹਨਾਂ ਦਾ ਕੰਮ ਹਲਵਾਈ ਦਾ ਹੈ। ਪਦਾਰਥ ਬਣਾਉਂਦੇ ਨੇ ਤਰ੍ਹਾਂ ਤਰ੍ਹਾਂ ਦੇ, ਕੋਈ ਜਲੇਬੀਆਂ ਕੱਢਦਾ, ਕੋਈ ਲੱਡੂ ਵੱਟਦਾ, ਕੋਈ ਕੁਝ ਕਰਦਾ ਹੈ। ਹਲਵਾਈ ਹਨ ਬਾਜ਼ਾਰਾਂ ਵਿੱਚ। ਕੇਤੜਿਆਂ ਲੱਖ ਪੰਖੀਏ, ਕਿਤੜੇ ਨਾਈ ਤੈ ਵਣਜਾਰੇ। ਕਈ ਲੱਖਾਂ ਹੀ ਪੰਖੀਏ ਹਨ, ਸਿਰਕੀ ਬਾਸ, ਕੋਈ ਪੱਕਾ ਟਿਕਾਣਾ ਨਹੀਂ ਉਹਨਾਂ ਦਾ। 10 ਦਿਨ ਇੱਥੇ ਰਹੇ, ਕੋਈ ਪੱਕਾ ਮਕਾਨ ਨਹੀਂ ਬਣਾਇਆ, 10 ਦਿਨ ਕਿਤੇ ਜਾ ਕੇ, ਕਦੀ ਕਿਤੇ। ਕਈ ਲੱਖਾਂ ਹੀ ਪੰਖੀਏ ਸਿਰਕੀ ਬਾਸ, ਕਿਤੜੇ ਨਾਈ ਤੈ ਵਣਜਾਰੇ। ਕਈ ਨਾਈ ਹਨ ਅਤੇ ਕਈ ਵਣਜਾਰੇ ਵਪਾਰੀ ਹਨ, ਚਹੁੰ ਵਰਨਾਂ ਦੇ ਗੋਤ ਅਪਾਰੇ। ਸੋ ਇਹ ਜਿਹੜੇ 4 ਵਰਨ ਹਨ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹਨਾਂ ਚੌਹਾਂ ਵਰਨਾਂ ਦੇ ਅਪਾਰੇ, ਗਿਣਤੀ ਤੋਂ ਰਹਿਤ ਗੋਤ ਹਨ। ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਬਹੁਤ ਗੋਤ ਨੇ ਇਹਨਾਂ ਦੇ, ਗਿਣੀ ਜਾਓ ਇਹ ਮੁੱਕਣੇ ਨਹੀਂ, ਬਹੁਤੇ ਹਨ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਤੁਹਾਡੀ ਜਾਣਕਾਰੀ ਵਾਸਤੇ ਮੈਂ ਥੋੜ੍ਹਾ ਥੋੜ੍ਹਾ ਸਾਰਿਆਂ ਦੇ ਵਿੱਚੋਂ ਦੱਸ ਦਿੱਤਾ ਹੈ ਕਿ ਬ੍ਰਾਹਮਣਾਂ 'ਚੋਂ ਆਹ ਨੇ, ਖੱਤਰੀਆਂ 'ਚੋਂ, ਸ਼ੂਦਰਾਂ 'ਚੋਂ, ਵੈਸ਼ਾਂ 'ਚੋਂ। ਸੋ ਇਹ ਵੱਖਰੀਆਂ ਵੱਖਰੀਆਂ ਜੋ ਗੋਤਾਂ ਨੇ, ਕੁਝ ਸਾਰੀਆਂ ਨਹੀਂ ਗਿਣੀਆਂ, ਬਸ ਥੋੜ੍ਹੀ ਜਾਣਕਾਰੀ ਦਿੱਤੀ ਭਾਈ ਸਾਹਿਬ ਨੇ ਸਾਨੂੰ ਗਿਣ ਕੇ ਦੱਸਿਆ ਹੈ। ਸੋ ਇੱਥੋਂ ਤੱਕ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਸੰਗਤ ਨੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂ ਵਾਸਤੇ ਸੁਮਤ ਬਖਸ਼ਣੀ ਜੀ। ਕੇਤੜਿਆਂ ਲੱਖ ਪੰਖੀਏ, ਕਿਤੜੇ ਨਾਈ ਤੈ ਵਣਜਾਰੇ। ਚਹੁੰ ਵਰਨਾਂ ਦੇ ਗੋਤ ਅਪਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਗਲ ਸਮਗਰੀ ਤੁਮਰੈ